राजान राज, पानान पान, देवान देव, उपमा महान, गुरुआं दे गुरु ਸਾਹਿਬ श्री गुरु ग्रंथ साहिब जी की पावन पवित्र गोद दे विच बैठ के पूर्णमाशी का पुरब ਅਤੇ ਨਾਲ ਦੀ ਨਾਲ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਸਰ ਕਲੇਰਾਂ ਵਾਲੇ ਉਹਨਾਂ ਦੀ ਬਰਸੀ ਦੀ ਯਾਦ, ਉਹਨਾਂ ਦੇ ਹੀ ਪਰਮ ਪਿਆਰੇ ਸੇਵਕ ਅਮਰ ਸ਼ਹੀਦ ਧੰਨ ਧੰਨ ਬਾਬਾ ਜੰਗ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਹੁਣੇ ਹੀ ਆਪ ਜੀ ਭਾਈ ਸਾਹਿਬ ਭਾਈ ਗੁਲਾਬ ਸਿੰਘ ਜੀ ਦੇ ਕੋਲੋਂ ਮਨੋਹਰ ਕੀਰਤਨ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਸ਼ਬਦ ਸਰਵਣ ਕਰ ਰਹੇ ਸੀ। ਵੈਸੇ ਤਾਂ ਸਮਾਂ ਹੋ ਗਿਆ, ਪਰ 5-10 ਮਿੰਟ ਵਿਚਾਰ ਸ਼ਬਦ ਦੀ ਵਿਚਾਰ ਦੇ ਨਾਲ ਆਪਾਂ ਜੁੜੀਏ। ਉਸ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਕੋਲੋਂ ਬਖਸ਼ਿਸ਼ ਦੇ ਵਿੱਚ ਮਿਲੀ ਹੋਈ ਫਤਿਹ ਸਾਰੇ ਹੀ ਪਿਆਰ ਸਤਿਕਾਰ ਨਿਮਰਤਾ ਦੇ ਨਾਲ ਗੱਜ ਵੱਜ ਕੇ ਬੁਲੰਦ ਕਰੋ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿੱਥੇ ਆਪਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਪਹੁੰਚ ਕੇ ਝੋਲੀਆਂ ਫੈਲਾ ਕੇ ਅਲੱਗ-ਅਲੱਗ ਢੰਗ ਦੇ ਨਾਲ ਕਿਰਪਾ ਮੰਗਦੇ ਹਾਂ ਕਿ ਸੱਚੇ ਪਾਤਸ਼ਾਹ ਆਹ ਕਿਰਪਾ ਮੇਰੇ ਤੇ ਕਰੋ, ਸੱਚੇ ਪਾਤਸ਼ਾਹ ਆਹ ਕਿਰਪਾ ਮੇਰੇ ਤੇ ਕਰੋ। ਮੇਰੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵੀ ਬਿਲਾਵਰ ਰਾਗ ਦੇ ਅੰਦਰ ਕਿਰਪਾ ਮੰਗੀ ਹੈ ਅਤੇ ਸ਼ਬਦ ਦੀ ਪ੍ਰਾਰੰਭਤਾ ਹੀ ਉਹਨਾਂ ਨੇ ਇਸ ਗੱਲ ਤੋਂ ਕੀਤੀ ਹੈ, ਐਸੀ ਕਿਰਪਾ ਮੋਹਿ ਕਰੋ। ਪਹਿਲੀ ਪੰਕਤੀ ਇਹ ਹੈ ਕਿ ਐਸੀ ਕਿਰਪਾ ਮੋਹਿ ਕਰੋ। ਅੱਗੇ ਫਿਰ ਉਹਨਾਂ ਨੇ ਜੋ ਕਿਰਪਾ ਮੰਗੀਆਂ ਉਸ ਦਾ ਥੋੜ੍ਹਾ ਜਿਹਾ ਵਰਣਨ ਕੀਤਾ ਹਰ ਪੰਕਤੀ ਦੇ ਅੰਦਰ ਕਿ ਮੈਂ ਕਿਹੜੀ ਕਿਰਪਾ ਮੰਗਦਾ ਹਾਂ। ਤਾਂ ਮੈਂ ਬੇਨਤੀ ਕਰਾਂ, ਆਪਾਂ ਤਾਂ ਆਪਣੀ ਬੁੱਧੀ ਮੁਤਾਬਕ ਕਿਰਪਾ ਆ ਕੇ ਮੰਗਦੇ ਹੀ ਰਹਿੰਦੇ ਹਾਂ। ਇਸ ਸ਼ਬਦ ਤੋਂ ਆਪਾਂ ਇਹ ਉਪਦੇਸ਼ ਲੈ ਕੇ ਜਾਈਏ ਕਿ ਗੁਰੂ ਜਿਹੜੀ ਕਿਰਪਾ ਮੰਗ ਰਿਹਾ ਪਰਮਾਤਮਾ ਦੇ ਕੋਲੋਂ, ਆਪਾਂ ਵੀ ਉਹ ਕਿਰਪਾ ਰੋਜ਼ ਆ ਕੇ ਮੰਗਿਆ ਕਰੀਏ। ਮੇਰੇ ਪੰਚਮ ਪਾਤਸ਼ਾਹ ਕਹਿੰਦੇ ਐਸੀ ਕਿਰਪਾ ਮੋਹਿ ਕਰੋ। ਪਹਿਲੀ ਪੰਕਤੀ ਕਹਿੰਦੇ ਸੰਤੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਤੂਰ ਪਰੋ। ਕਹਿੰਦੇ ਹੇ ਪ੍ਰਮਾਤਮਾ, ਮੇਰੇ ਉੱਪਰ ਇੱਕ ਇਹ ਕਿਰਪਾ ਕਰੋ। ਪਹਿਲੀ ਕਿਰਪਾ ਕਿਹੜੀ ਮੰਗੀ ਹੈ? ਕਹਿੰਦੇ ਸੰਤੈ ਚਰਨ ਹਮਾਰੋ ਮਾਥਾ। ਕਹਿੰਦੇ ਸੰਤਾਂ ਦੇ ਚਰਨ ਹੋਣ, ਮੇਰਾ ਮਸਤਕ ਕਹਿੰਦੇ ਉਹਨਾਂ ਦੇ ਚਰਨਾਂ 'ਤੇ ਪਿਆ ਹੋਵੇ। ਸੰਤੈ ਚਰਨ ਹਮਾਰੋ ਮਾਥਾ। ਕਹਿੰਦੇ ਨੈਣ ਦਰਸ, ਕਹਿੰਦੇ ਅੱਖਾਂ ਦੇ ਵਿੱਚ ਕਹਿੰਦੇ ਸੰਤਾਂ ਦੇ ਹੀ ਦਰਸ਼ਨ, ਕਿਉਂਕਿ ਆਪਾਂ ਸੰਤਾਂ ਦੀ ਯਾਦ ਦੇ ਵਿੱਚ ਜੁੜੇ ਹੋਏ ਹਾਂ। ਪੰਜਵੇਂ ਪਾਤਸ਼ਾਹ ਕਹਿੰਦੇ ਨੈਣ ਦਰਸ, ਅਤੇ ਪੰਕਤੀ ਦੇ ਅੰਦਰ ਸੰਤਾਂ ਦੀ ਹੀ ਗੱਲ ਪੰਜਵੇਂ ਪਾਤਸ਼ਾਹ ਕਰ ਰਹੇ ਹਨ। ਕਹਿੰਦੇ ਨੈਣ ਦਰਸ, ਕਹਿੰਦੇ ਮੇਰੀਆਂ ਅੱਖਾਂ ਦੇ ਵਿੱਚ ਬਸ ਸੰਤਾਂ ਦੇ ਹੀ ਦਰਸ਼ਨ ਹੋਣ। ਮੈਂ ਬੇਨਤੀ ਕਰਾਂ, ਇਹ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਜਾਂ ਕਿਤੇ ਵੀ ਥੋੜ੍ਹਾ ਜਿਹਾ ਇਕਾਗਰ ਹੋ ਕੇ ਤੁਸੀਂ ਇਹ ਸਭ ਕੁਝ ਕਰ ਸਕਦੇ ਹੋ। ਸਤਸੰਗੀ ਜਨੋ, ਜਿਹੜੇ ਆਪਾਂ ਅਰਦਾਸ ਦੇ ਵਿੱਚ ਇਹ ਲਫ਼ਜ਼ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਕਿ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਮੈਂ ਬੇਨਤੀ ਕਰਾਂ, ਇੱਕ ਤਾਂ ਹੈ ਕਿ ਸਰੀਰ ਕਰਕੇ ਜਾਣਾ, ਪਰ ਇੱਕ ਹੈਗਾ ਕਿ ਜੇ ਇਨਸਾਨ ਚਾਹੇ ਤਾਂ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਕਰਨ ਤੋਂ ਬਾਅਦ, ਸਿਮਰਨ ਕਰਨ ਤੋਂ ਬਾਅਦ ਸੁਰਤ ਦੇ ਰਾਹੀਂ ਉਹ ਸਾਰੇ ਦਰਸ਼ਨ ਆਪਣੇ ਘਰ ਬੈਠਾ ਵੀ ਕਰ ਸਕਦਾ ਹੈ। ਇਸ ਕਰਕੇ ਪੰਜਵੇਂ ਪਾਤਸ਼ਾਹ ਕਹਿੰਦੇ ਐਸੀ ਕਿਰਪਾ ਮੋਹਿ ਕਰੋ, ਸੰਤੈ ਚਰਨ ਹਮਾਰੋ ਮਾਥਾ ਨੈਣ ਦਰਸ, ਕਹਿੰਦੇ ਤਨ ਤੂਰ ਭਰੋ। ਅਤੇ ਕਹਿੰਦੇ ਜਿਹੜਾ ਮੇਰਾ ਤਨ ਹੈ ਨਾ, ਕਹਿੰਦੇ ਇਹਦੇ ਉੱਪਰ ਨਾਮ ਜਪਣ ਵਾਲਿਆਂ ਦੀ ਧੂੜੀ ਪੈਂਦੀ ਰਵੇ। ਜਿੱਥੇ ਆਪ ਜੀ ਹੁਣੇ ਸਤਸੰਗੀ ਜਨੋਂ ਸੇਵਾ ਦੀ ਮਹਾਨਤਾ, ਗੁਰੂ ਘਰ ਦੇ ਅੰਦਰ ਸੇਵਾ ਦੀ ਬੜੀ ਮਹਾਨਤਾ, ਨਾਮ ਦੀ ਬੜੀ ਮਹਾਨਤਾ,
ਪਰ ਉਪਕਾਰ ਦੀ ਬੜੀ ਮਹਾਨਤਾ, ਜੀਵਨ ਵਿੱਚ ਸੰਤੋਖ ਲਿਆਓ ਇਹਦੀ ਬੜੀ ਮਹਾਨਤਾ, ਕੁਝ ਦਾਨ ਪੁੰਨ ਕਰੋ ਇਹਦੀ ਬੜੀ ਮਹਾਨਤਾ, ਆਪਣੇ ਜੀਵਨ ਦੇ ਵਿੱਚੋਂ ਹੰਕਾਰ ਕੱਢੋ ਇਹਦੀ ਵੀ ਮਹਾਨਤਾ, ਤੁਸੀਂ ਸੰਤੋਖੀ ਬਣ ਜਾਓ ਇਹਦੀ ਵੀ ਮਹਾਨਤਾ। ਪਰ ਮੈਂ ਬੇਨਤੀ ਕਰਾਂ, ਇਸ ਪੰਕਤੀ ਤੋਂ ਪਤਾ ਚੱਲਦਾ ਕਿ ਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਧੂੜੀ ਦੀ ਵੀ ਬੜੀ ਮਹਾਨਤਾ ਦਰਸਾਈ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਧੂੜੀ ਦਾ ਜ਼ਿਕਰ ਆਉਂਦਾ ਨਾ, ਦੋ ਢੰਗ ਦੇ ਨਾਲ ਜ਼ਿਕਰ ਆਉਂਦਾ ਹੈ। ਇੱਕ ਢੰਗ ਆਉਂਦਾ ਹੈ ਧੂੜੀ ਤੋਂ ਕਿ ਨਿਮਰਤਾ ਆ ਜਾਵੇ। ਇੱਕ ਧੂੜੀ ਸਤਸੰਗ ਨੂੰ ਧੂਰ ਜਿਹਨੂੰ ਆਪਾਂ ਕਹਿੰਦੇ ਆ। ਮੇਰੀ ਜਿੱਥੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ ਅੰਤਰਜਾਮੀ ਪੁਰਖ ਬਦਾਤੇ, ਕਹਿੰਦੇ ਸ਼ਰਧਾ ਮਨ ਕੀ ਪੂਰੇ, ਕਹਿੰਦੇ ਹੇ ਪ੍ਰਮਾਤਮਾ ਅੰਤਰਜਾਮੀ ਵਿਦਾਤਾ। ਵਿਦਾਤਾ ਪਤਾ ਕਿਹਨੂੰ ਕਹਿੰਦੇ ਹਨ? ਕਿਆ ਪ੍ਰਮਾਤਮਾ ਨੂੰ ਇੱਥੇ ਵਿਦਾਤਾ, ਪਰ ਵਿਦਾਤਾ ਉਸ ਨੂੰ ਕਹਿੰਦੇ ਹਨ ਜਿਹੜਾ ਕਿ ਸਾਡੇ ਹਰ ਮਨੋਰਥ ਨੂੰ ਪੂਰਾ ਕਰਦਾ ਚਲਾ ਜਾਏ, ਉਹ ਵਿਦਾਤਾ ਹੈ। ਮੇਰੇ ਪੰਜਵੇਂ ਪਾਤਸ਼ਾਹ ਕਹਿੰਦੇ ਅੰਤਰਜਾਮੀ, ਪੰਕਤੀਆਂ ਤੁਹਾਨੂੰ ਯਾਦ ਹਨ, ਕਹਿੰਦੇ ਅੰਤਰਜਾਮੀ ਪੁਰਖ ਬਦਾਤੇ, ਕਹਿੰਦੇ ਤੁਸੀਂ ਸਾਰੀਆਂ ਜੋ ਇਨਸਾਨ ਦੀਆਂ ਇੱਛਾਵਾਂ ਬਣਦੀਆਂ ਹਨ ਉਹ ਪੂਰੀਆਂ ਕਰਨ ਵਾਲੇ ਹੋ। ਤੇ ਮੇਰੀ ਵੀ ਇੱਕ ਇੱਛਾ ਹੈ। ਕੀ ਇੱਛਾ? ਅੰਤਰਜਾਮੀ ਪੁਰਖ ਬਦਾਤੇ ਸ਼ਰਧਾ ਮਨ ਕੀ ਪੂਰੇ, ਕਹਿੰਦੇ ਮੇਰੀ ਸ਼ਰਧਾ ਨੂੰ ਪੂਰੇ ਕਰ ਦਿਓ। ਨਾਨਕ ਦਾਸ ਮੁਕਤ ਅੰਤਰਜਾਮੀ ਪੁਰਖ ਬਦਾਤੇ ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਕਹਿੰਦੇ ਕੀ ਹੈ? ਕਹਿੰਦੇ ਬਸ, ਕਹਿੰਦੇ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਇਹੀ ਮੰਗਦਾ, ਮੋਕੋ ਕਰ ਸੰਤਨ ਕੀ ਧੂਰੇ, ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਖਸ਼ ਦਿਓ, ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦਿਓ। ਮੈਂ ਬੇਨਤੀ ਕਰਾਂ, ਇੱਥੇ ਬਣਾ ਦਿਓ ਦੇ ਅਰਥ ਇਹ ਹਨ ਕਿ ਮੇਰੇ ਅੰਦਰ ਇੰਨੀ ਨਿਮਰਤਾ ਕਰ ਦਿਓ ਕਿ ਜਿਵੇਂ ਇੱਕ ਧੂੜ ਹੈ ਪੈਰਾਂ ਦੇ ਥੱਲੇ ਰਹਿੰਦੀ। ਭਗਤ ਕਬੀਰ ਜੀ ਨੇ 4 ਸ਼ਲੋਕ ਬੜੇ ਸੋਹਣੇ ਅੰਕਿਤ ਕੀਤੇ ਹਨ। ਉਹਦੇ ਵਿੱਚ ਵੀ ਉਹਨਾਂ ਨੇ ਕਿਹਾ, ਕਹਿੰਦੇ ਜਿਹਨੇ ਰੱਬ ਨੂੰ ਮਿਲਣਾ ਹੈ, ਕਹਿੰਦੇ ਉਹ ਪਹਿਲੇ ਸ਼ਬਦ ਕਹਿੰਦੇ ਰੋੜਾ ਹੋ ਜਾਵੇ। ਫਿਰ ਉਸ ਤੋਂ ਅਗਲੇ ਸ਼ਬਦ ਕਹਿੰਦੇ ਨਹੀਂ, ਕਹਿੰਦੇ ਜੇ ਤੂੰ ਰੋੜਾ ਹੋ ਗਿਆ ਨਾ, ਕਹਿੰਦੇ ਉੱਥੇ ਵੀ ਇੱਕ ਰੋੜੇ ਦੇ ਵਿੱਚ ਦੋਸ਼ ਹੈ। ਕਹਿੰਦੇ ਉਹ ਦੋਸ਼ ਪਤਾ ਕੀ ਹੈ? ਜਿਹੜਾ ਰੋੜਾ ਹੈ ਨਾ, ਜਿਹੜਾ ਉਸ ਨੂੰ ਠੁੱਡਾ ਮਾਰਦਾ ਉਹਦਾ ਖੂਨ ਕੱਢ ਲੈਂਦਾ। ਉਸ ਤੋਂ ਅਗਲੇ ਸ਼ਲੋਕ 'ਚ ਭਗਤ ਕਬੀਰ ਜੀ ਕਹਿੰਦੇ ਨਹੀਂ ਪਰਮਾਤਮਾ, ਕਹਿੰਦੇ ਮੈਨੂੰ ਰੋੜਾ ਨਾ ਬਣਾਈ। ਕਹਿੰਦੇ ਰੋੜਾ ਹੁਆ ਤੋ ਕਿਆ ਪਿਆ ਪੰਥੀ ਕੋ ਦੁਖ ਦੇ, ਕਹਿੰਦੇ ਹਰ ਜਨ ਐਸਾ ਚਾਹੀਏ ਜੋ ਧਰਨੀ ਮੇਂ ਖੇ, ਕਹਿੰਦੇ ਤੂੰ ਮੈਨੂੰ ਖੇ ਵਰਗਾ ਮਿੱਟੀ ਵਰਗਾ ਬਣਾ ਦੇ। ਮੈਂ ਬੇਨਤੀ ਕਰ ਰਿਹਾ, ਇੱਥੇ ਧੂੜ ਦੇ ਅਰਥ ਇਹ ਹਨ ਕਿ ਮੇਰੇ ਅੰਦਰ ਨਿਮਰਤਾ ਭਰ ਦੇ। ਪਰ ਜਿੱਥੇ ਗੁਰੂ ਸਾਹਿਬ ਇਹ ਗੱਲ ਕਹਿ ਰਹੇ ਹਨ, ਮੈਂ ਆਪ ਜੀ ਨੂੰ ਇਹ ਬੇਨਤੀ ਕੀਤੀ ਹੈ, ਇਹ ਧਿਆਨ ਰੱਖਣਾ ਕਿ ਇੱਕ ਧੂੜ ਗੁਰੂ ਸਾਹਿਬ ਨਿਮਰਤਾ ਦੀ ਗੱਲ ਕਰਦੇ ਹਨ, ਪਰ ਦੂਜੇ ਪਾਸੇ ਗੁਰੂ ਸਾਹਿਬ ਜਿਹੜੇ ਨਾਮ ਜਪਣ ਵਾਲੇ ਹਨ ਉਹਨਾਂ ਦੇ ਜਿਹੜੇ ਚਰਨਾਂ ਦੀ ਧੂੜ ਹੈ ਉਹਦੀ ਵੀ ਮਹਾਨਤਾ ਦਰਸਾਉਂਦੇ ਹਨ। ਜਿਹਨੂੰ ਗੁਰੂ ਸਾਹਿਬ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ, ਕਹਿੰਦੇ ਪਰਮਾਤਮਾ ਮੇਰੇ ਤੇ ਇੱਕ ਕਿਰਪਾ ਕਰ। ਜਿਹਨੂੰ ਗੁਰੂ ਸਾਹਿਬ ਕਹਿੰਦੇ ਹਨ, ਕਹਿੰਦੇ ਗੁਰ ਕੀ ਧੂੜ, ਕਹਿੰਦੇ ਗੁਰੂ ਦੀ ਜਿਹੜੀ ਧੂੜ ਹੈ ਬੁਰੇ ਲੇਖ ਮਿਟਾਏ। ਕਹਿੰਦੇ ਉਹ ਤਾਂ ਜੀਵਨ ਦੇ ਵਿੱਚ ਇਨਸਾਨ ਦੇ ਜਿਹੜੇ ਬੁਰੇ ਲੇਖ ਹਨ, ਕਹਿੰਦੇ ਉਹਨਾਂ ਨੂੰ ਵੀ ਖਤਮ ਕਰ ਦਿੰਦੀ ਹੈ। ਅਤੇ ਧੂੜੀ ਦੀ ਮਹਿਮਾ ਦਰਸਾਉਂਦੇ ਹੋਏ ਬੜਾ ਸੋਹਣਾ ਇੱਕ ਸੰਤ ਰੂਮੀ ਮੌਲਾਨਾ ਜੀ ਹੋਏ ਹਨ, ਉਹਨਾਂ ਨੇ ਆਪਣੇ ਬਚਨਾਂ 'ਚ ਲਿਖਿਆ, ਕਹਿੰਦੇ ਸ਼ਬਦ ਕੁਰਬਾਨੇ ਖਾਕਰਾ ਸੰਗਤ ਦਿਲ ਗੋਇਆ ਹਮੀ ਬਸ ਆਰਜ਼ੂ ਕਰਦ, ਕਹਿੰਦੇ ਮੇਰੇ ਮਨ ਦੀ ਇੱਕੋ ਇੱਕ ਤਮੰਨਾ ਹੈ। ਇਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਹਨ। ਕਹਿੰਦੇ ਸ਼ਬਦ ਕੁਰਬਾਨੇ ਖਾਕਰਾ ਸੰਗਤ ਦਿਲ ਗੋਇਆ ਹਮੀ ਬਸ ਆਰਜ਼ੂ ਕਰਦ, ਕਹਿੰਦੇ ਹੇ ਪ੍ਰਮਾਤਮਾ ਮੇਰੇ ਮਨ ਦੀ ਇੱਕੋ ਇੱਕ ਤੜਪ ਹੈ ਕਿ ਮੈਨੂੰ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਜਾਵੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਗਾਵਾਂ। ਇਸੇ ਤਰ੍ਹਾਂ ਰੂਮੀ ਮੌਲਾਨਾ ਜੀ ਨੇ ਲਿਖਿਆ ਹੈ, ਕਹਿੰਦੇ ਸੁਰਮਾ ਕੁਨ ਤੋਂ ਖਾਕ ਔਲੀਆ ਤਬ ਬੀਨੀ ਇਬਤਤਾ ਤਾ ਇੰਥਾਂ, ਕਹਿੰਦੇ ਇਹ ਇਨਸਾਨ ਜੇ ਤੂੰ ਆਪਣੇ ਜੀਵਨ ਦੇ ਆਦ ਅਤੇ ਅੰਤ ਨੂੰ ਦੇਖਣਾ ਚਾਹੁੰਦਾ ਹੈ ਨਾ, ਕਹਿੰਦੇ ਫਿਰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੈ। ਕਹਿੰਦੇ ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਧੂੜ ਤੂੰ ਆਪਣੇ ਮਸਤਕ ਤੇ ਲਗਾ ਲਾ। ਹੁਣ ਮੈਂ ਬੇਨਤੀ ਕਰਾਂ, ਜੀਵਨ ਦਾ ਆਦ ਅਤੇ ਅੰਤ ਪਤਾ ਕੀ ਹੈ ਸਤਸੰਗੀ ਜਨੋ, ਕਿ ਇਨਸਾਨ ਨੇ ਤ੍ਰੈਕਾਲਦਰਸ਼ੀ ਹੋ ਜਾਣਾ। ਅਤੇ ਬਾਣੀ ਇਹ ਗੱਲ ਨੂੰ ਵੀ ਸਪਸ਼ਟ ਕਰਦੀ ਹੈ ਕਿ ਜਿਹੜਾ ਇਨਸਾਨ ਨਾਮ ਜਪਦਾ ਹੈ, ਜਿਹੜੇ ਗੁਰੂ ਦੇ ਬਚਨਾਂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦਾ ਹੈ, ਕਹਿੰਦੇ ਉਹ ਜਿੰਨਾ ਚਾਹੇ ਆਪਣੇ ਪਿਛਲੇ ਜਨਮ ਵੀ ਦੇਖ ਸਕਦਾ ਹੈ ਤੇ ਆਉਣ ਵਾਲੇ ਅਗਲੇ ਜਨਮ ਵੀ ਦੇਖ ਸਕਦਾ ਹੈ, ਆਪਣੇ ਜੀਵਨ ਤੇ ਸਹੀ ਢੰਗ ਨਾਲ ਝਾਤ ਮਾਰ ਸਕਦਾ ਹੈ। ਇਸੇ ਕਰਕੇ ਚੌਥੇ ਪਾਤਸ਼ਾਹ ਨੇ ਧੂੜੀ ਦੀ ਮਹਾਨਤਾ ਦਰਸਾਉਂਦੇ ਹੋਏ ਮੈਂ ਬੇਨਤੀ ਕਰਾਂ, ਜਦੋਂ ਆਪਾਂ ਆਉਂਦੇ ਹਾਂ ਗੁਰਦੁਆਰਾ ਸਾਹਿਬ, ਬੜੀ ਇੱਕ ਪਰੰਪਰਾ ਖਤਮ ਹੁੰਦੀ ਜਾ ਰਹੀ ਹੈ ਸਤਸੰਗੀ ਜਨੋ। ਅੱਗੇ ਜਗਿਆਸੂ ਆਂਦਾ ਸੀ ਨਾ, ਆ ਕੇ ਮੱਥਾ ਟੇਕਦਾ ਸੀ ਤੇ ਜਾਣ ਲੱਗੇ ਨਾ ਮਸਤਕ ਦੇ ਉੱਪਰ ਕਹਿੰਦੇ ਨਹੀਂ
ਜਾਣ ਲੱਗੇ ਗੁਰੂ ਦੇ ਦਰ ਦੇ ਚਰਨਾਂ ਦੀ ਧੂੜ, ਜਿਹੜੀ ਸਾਧ ਸੰਗਤ ਦੇ ਚਰਨਾਂ ਦੀ ਧੂੜ ਹੈ। ਮੈਂ ਬੇਨਤੀ ਕਰਾਂ ਸਤਸੰਗ ਜੀ, ਜਦੋਂ ਯਾਦ ਆ ਗਿਆ ਸਾਧ ਸੰਗਤ ਦੇ ਚਰਨਾਂ ਦੀ ਧੂੜ, ਜਿੱਥੇ ਧੂੜ ਗੱਲ ਨਿਮਰਤਾ ਦੀ ਹੈ ਉੱਥੇ ਧੂੜੀ ਦੀ ਵੀ ਹੈ। ਮੇਰੇ ਚੌਥੇ ਪਾਤਸ਼ਾਹ ਨੇ ਜਿਹੜਾ ਸ਼ਬਦ ਅੰਕਿਤ ਕੀਤਾ ਨਾ, ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈ, ਇਸੇ ਸ਼ਬਦ ਦੇ ਵਿੱਚ ਇੱਕ ਪੰਕਤੀ ਆਂਦੀ ਹੈ ਕਿ ਸਾਧ ਸੰਗਤ ਕੀ ਧੂਰ ਪੜੇ ਉੱਡ ਨੇਤਰੀ, ਸਭ ਦੁਰਮਤ ਮੈਲ ਗਵਾਈ। ਮੇਰੇ ਚੌਥੇ ਪਾਤਸ਼ਾਹ ਕਹਿੰਦੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਉੱਡ ਕੇ ਵੀ ਕਹਿੰਦੇ ਜਗਿਆਸੂ ਦੇ ਨੇਤਰਾਂ ਦੇ ਵਿੱਚ, ਕਹਿੰਦੇ ਜਗਿਆਸੂ ਦੇ ਮਸਤਕ ਨੂੰ ਲੱਗ ਜਾਵੇ ਨਾ, ਕਹਿੰਦੇ ਉਹ ਇਨਸਾਨ ਦੇ ਕਹਿੰਦੇ ਸਾਰੀ ਦੁਰਮਤ ਜੋ ਬੁਰੀ ਮਤ ਹੈ ਕਹਿੰਦੇ ਉਹ ਖਤਮ ਹੋ ਜਾਂਦੀ ਹੈ। ਇਸੇ ਕਰਕੇ ਚੌਥੇ ਪਾਤਸ਼ਾਹ ਇੱਥੇ ਕਹਿੰਦੇ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਇਹ ਚਾਰ ਨਦੀਆਂ ਦੇ ਨਾਮ ਲਏ, ਕਿਉਂਕਿ ਜਿਹੜੇ ਪੁਰਾਣੇ ਜਗਿਆਸੂ ਸਨ ਨਾ ਉਹ ਤੀਰਥਾਂ ਤੇ ਇਸ਼ਨਾਨ ਬੜਾ ਕਰਨ ਜਾਂਦੇ ਸਨ। ਪਰ ਮੇਰੇ ਚੌਥੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਤੁਸੀਂ ਇਸ਼ਨਾਨ ਕਰਨ ਜਾਂਦੇ ਹੋ, ਕਹਿੰਦੇ ਇਹ ਸਾਰੀਆਂ ਨਦੀਆਂ ਤਾਂ ਸਾਧੂਆਂ ਦੇ ਚਰਨਾਂ ਦੀ ਧੂੜ ਨੂੰ ਲੋਚਦੀਆਂ ਹਨ। ਫਿਰ ਆਪਣੇ ਵਰਗੇ ਜਗਿਆਸੂ ਨੇ ਸਵਾਲ ਕੀਤਾ ਹੋਏਗਾ ਕਿ ਜੀ ਉਹ ਕਿਉਂ ਲੋਚਦੀਆਂ ਹਨ? ਤੇ ਅੱਗੇ ਮੇਰੇ ਚੌਥੇ ਪਾਤਸ਼ਾਹ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿੰਦੇ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈ। ਕਹਿੰਦੇ ਕਿਉਂ? ਕਹਿੰਦੇ ਕਿਲਬਿਕ। ਹੁਣ ਇੱਕ ਨਦੀਆਂ ਵੱਲੋਂ ਜਵਾਬ ਹੈ। ਚੌਥੇ ਪਾਤਸ਼ਾਹ ਕਹਿੰਦੇ ਕਿਲਬਿਕ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਕਿਲਬਿਕ ਕਹਿੰਦੇ ਹਨ ਚਾਰ ਤਰ੍ਹਾਂ ਦੇ ਪਾਪਾਂ ਨੂੰ। ਕਹਿੰਦੇ ਜਿਹੜੇ ਨਦੀਆਂ ਕਹਿੰਦੀਆਂ ਜਿਹੜੇ ਸਾਡੇ ਅੰਦਰ ਪਾਪ ਹਨ ਨਾ, ਜਿਹੜੇ ਕਲਯੁਗੀ ਜੀਵ ਆਂਦੇ ਇਸ਼ਨਾਨ ਕਰਦੇ ਸ਼ਰਧਾ ਨਾਲ ਸਾਡੇ 'ਚ ਪਾਪ ਛੱਡ ਜਾਂਦੇ, ਕਿ ਜਦੋਂ ਸਾਡੇ ਅੰਦਰ ਪਾਪ ਹੋਰ ਸਮਾਉਣ ਦੀ ਸਮਰੱਥਾ ਨਹੀਂ ਰਹਿੰਦੀ, ਫਿਰ ਅਸੀਂ ਸੰਤਾਂ ਦੇ ਚਰਨਾਂ ਦੀ ਧੂੜ ਲੱਭਦੀਆਂ ਹਾਂ। ਇਸ ਵਾਸਤੇ ਲੱਭਦੇ ਹਾਂ ਕਿ ਉਹਦੇ ਨਾਲ ਸਾਡੀ ਮੈਲ ਦੂਰ ਹੋ ਜਾਂਦੀ ਹੈ। ਮੈਂ ਬੇਨਤੀ ਕਰਾਂ ਸਤਸੰਗੀ ਜਨੋ, ਜਦੋਂ ਆਪਾਂ ਪਟਨਾ ਸਾਹਿਬ ਜਾਂਦੇ ਆ ਨਾ, ਬੜੀ ਵਾਰੀ ਤੁਸੀਂ ਵੀ ਗਏ ਹੋਵੋਗੇ, ਥੋੜਾ ਜਿਹਾ ਧਿਆਨ ਨਾਲ ਜਾਣਾ, ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਗਊ ਘਾਟ। ਸਤਸੰਗੀ ਜਨੋ, ਪਟਨਾ ਸਾਹਿਬ, ਹਰਮੰਦਰ ਸਾਹਿਬ, ਤਖਤ ਸਾਹਿਬ ਤੋਂ ਤਕਰੀਬਨ ਬਾਜ਼ਾਰ ਦੇ ਵਿੱਚ ਦੀ ਜਾਓ 3-4 ਕਿਲੋਮੀਟਰ ਦੂਰੀ ਤੇ ਆ। ਉੱਥੇ ਦਾ ਇਤਿਹਾਸ ਪਤਾ ਕੀ ਆ? ਪਹਿਲਾਂ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੇ ਗਏ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਏ ਉੱਥੇ, ਤੇ ਭਾਈ ਜੈਤਾ ਜੀ, ਇਤਿਹਾਸ ਨੇ ਭਾਈ ਜੈਤਾ ਵੀ ਲਿਖਿਆ, ਭਾਈ ਜੈਤ ਰਾਮ ਵੀ ਲਿਖਿਆ ਹੈ, ਜਿਹੜੇ ਨਾਮ ਜਪਣ ਵਾਲੇ ਸਨ। ਕਹਿੰਦੇ ਉਹ ਉੱਥੇ ਨਾਮ ਜਪਦੇ ਸਨ। ਕਹਿੰਦੇ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਨੂੰ ਮਿਲੇ ਨਾ, ਭਾਈ ਜੈਤ ਰਾਮ ਜੀ ਨੂੰ, ਜਿੱਥੇ ਗਊ ਘਾਟ ਗੁਰਦੁਆਰਾ ਬਣਿਆ ਉੱਥੇ ਹੀ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਿਲੇ। ਸਤਸੰਗੀ ਜਨੋ, ਕਹਿੰਦੇ ਜਦੋਂ ਮਿਲੇ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ, ਉਹਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਨਾਮ ਤਾਂ ਜਪਦਾ ਹਾਂ, ਪਰ ਅਜੇ ਤੱਕ ਜਿਹੜਾ ਉਹ ਪਰਮ ਅਵਸਥਾ ਚਾਹੀਦੀ ਹੈ, ਜਿਹਦਾ ਜ਼ਿਕਰ ਬਾਣੀ ਕਰਦੇ ਕਿ ਸਹਿਜ ਅਵਸਥਾ, ਕਿ ਉਹ ਤਾਂ ਮੈਨੂੰ ਪ੍ਰਾਪਤ ਨਹੀਂ ਹੋਈ, ਕਿਰਪਾ ਕਰ ਦਿਓ। ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਥੋੜਾ ਨਾਮ ਜਪਣ ਦਾ ਢੰਗ ਦਿੱਤਾ, ਥੋੜਾ ਜੀਵਨ ਦੇ ਵਿੱਚ ਆ ਗੱਲਾਂ ਧਾਰਨ ਕਰੋ, ਉਹ ਉਪਦੇਸ਼ ਦਿੱਤਾ। ਤੇ ਜਦੋਂ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚੱਲਣ ਲੱਗੇ ਨਾ, ਤੇ ਭਾਈ ਜੈਤ ਰਾਮ ਨੇ ਕਿਹਾ ਸੀ ਸੱਚੇ ਪਾਤਸ਼ਾਹ ਕਿਰਪਾ ਕਰੋ, ਉਮਰ ਬੜੀ ਹੋ ਗਈ ਆ। ਇਤਿਹਾਸ ਕਹਿੰਦਾ ਉਸ ਵਕਤ ਉਹਦੀ ਉਮਰ 315 ਸਾਲ ਦੀ ਸੀ। ਸਤਸੰਗੀ ਜਨੋ, ਮੈਂ ਅਰਦਾਸ ਤਕਰੀਬਨ ਆਪ ਜੀ ਨੂੰ ਬੇਨਤੀ ਕਰਦਾ ਰਹਿੰਦਾ ਕਿ ਜਿਹੜੇ ਯੋਗੀ ਸਨ, ਬਸ ਯੋਗ ਦੇ ਅੰਦਰ ਇੱਕ ਪ੍ਰਕਿਰਿਆ ਹੈ ਕਿ ਆਪਣੇ ਸਵਾਸਾਂ ਨੂੰ ਹੌਲੀ ਕਰ ਲਓ। ਜਦੋਂ 315 ਸਾਲ ਦੀ ਗੱਲ ਕੀਤੀ ਜਾਵੇ ਨਾ, ਜਿਹੜੇ ਕਿੰਤੂ ਪ੍ਰੰਤੂ ਕਰਨ ਵਾਲੇ ਉਹ ਕਹਿੰਦੇ ਜੀ ਇਹ ਕਿਵੇਂ ਹੋ ਜਾਵੇਗਾ? ਪਰ ਸਿੱਧਾ ਜਿਹਾ ਸਾਧਨ ਹੈ ਸਤਸੰਗੀ ਨੂੰ, ਕਿ ਪ੍ਰਾਣਾਂ ਨੂੰ ਜਦੋਂ ਆਪਾਂ ਸਲੋ ਕਰ ਲੈਂਦੇ ਹਾਂ। ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਜੋਗੀ ਮਿਲੇ ਸਨ, ਉਹਨਾਂ ਦੀਆਂ ਉਮਰਾਂ ਤਾਂ ਬੜੀਆਂ ਲੰਬੀਆਂ ਸਨ। ਉਹਨਾਂ ਨੇ ਕੀ ਕੀਤਾ ਸਤਸੰਗੀ ਨੂੰ, ਬਸ ਆਪਣੇ ਪ੍ਰਾਣਾਯਾਮ ਦੇ ਰਾਹੀਂ ਆਪਣੇ ਪ੍ਰਾਣਾਂ ਨੂੰ ਸਲੋ ਕਰ ਲਿਆ। ਤੇ ਇਸੇ ਕਰਕੇ ਉਹਦੀ ਉਮਰ ਵੀ 315 ਸਾਲ ਦੀ ਸੀ, ਕਿਉਂਕਿ ਯੋਗ ਕਿਰਿਆ ਤਾਂ ਜਾਣਦਾ ਹੀ ਸੀ ਸਤਸੰਗੀ ਜਨੋ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕਹਿੰਦਾ ਕਿਰਪਾ ਕਰੋ ਜੀ, ਹੁਣ ਮੇਰਾ ਸਰੀਰ ਛੁੱਟ ਜਾਵੇ, ਬੁੱਢਾ ਹੋ ਗਿਆ ਹਾਂ। ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਕਹਿੰਦੇ ਅਜੇ ਤਾਂ ਤੈਨੂੰ ਥੋੜਾ ਹੋਰ ਸਾਧਨ ਜੁਟਾਉਣਾ ਪਵੇਗਾ। ਕਹਿੰਦੇ 9ਵੇਂ ਜਾਮੇ 'ਚ ਇੱਥੇ ਮੇਰਾ ਹੀ ਰੂਪ ਆਣਗੇ, ਕਹਿੰਦੇ ਉਹਨਾਂ ਦੇ ਆਏ ਤੋਂ ਤੂੰ ਸਰੀਰ ਦਾ ਤਿਆਗਣ ਕਰੇਗਾ। ਕਹਿੰਦੇ ਸਮਾਂ ਬਤੀਤ ਹੋ ਗਿਆ, ਉਸਨੇ ਤੁਰਨ ਲੱਗੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਚੱਲਣ ਲੱਗੇ ਨਾ, ਇੱਕ ਬੇਨਤੀ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਗੰਗਾ ਬੜੀ ਨੇੜੇ ਹੈ। ਆਪ ਜੀ ਨੂੰ ਪਤਾ ਹੈ ਬਾਜ਼ਾਰ ਤੋਂ ਥੋੜਾ ਜਾ ਕੇ ਜਾਓ ਗੰਗਾ। ਸਤਸੰਗੀ ਜਨੋ, ਕਿ ਗੰਗਾ ਬੜੀ ਨੇੜੇ ਹੈ, ਪਰ ਸਰੀਰ ਇੰਨਾ ਬੁੱਢਾ ਹੋ ਗਿਆ ਕਿ ਗੰਗਾ ਤੱਕ ਵੀ ਨਹੀਂ ਜਾ ਸਕਦਾ। ਜੇ ਤੁਸੀਂ ਕਹਿੰਦੇ ਹੋ ਕਿ 9ਵੇਂ ਜਾਮੇ ਤੱਕ ਇੰਤਜ਼ਾਰ ਕਰਨੀ ਪਵੇਗੀ, ਆਪ ਜੀ ਦਾ ਪਹਿਲਾ ਜਾਮਾ ਹੈ, ਤੇ ਮੈਨੂੰ ਇੰਨੀ ਕੁ ਸਮਰੱਥਾ ਬਲ ਬਖਸ਼ ਦਿਓ ਕਿ ਮੈਂ ਗੰਗਾ ਤੱਕ ਤਾਂ ਜਾ ਕੇ ਇਸ਼ਨਾਨ ਕਰ ਆ ਸਕਾਂ ਨਾ।
मेरे गुरु नानक देव सच्चे पातशाह ने उत्थे पता की किया सी, जाओ तो इतिहास नूं पढ़ना सत्संग जी नूं। गुरु नानक देव सच्चे पातशाह कहंदे जैत राम तैनूं गंगा कोल जाण दी जरूरत नहीं है, कहंदे हुण गंगा रोज़ तेरा इशनान इत्थे ही करा के जाया करेगी। कहंदे जी सत बचन इतिहास लिखिया होया, किताबां च भी लिखिया, उस गुरुद्वारा साहब भी लिखिया, तो वो याद भी बनी हुई है, वो कुंड भी बनया होया है। कहंदे उस तो गुरु नानक देव सच्चे पातशाह ने जदों बचन कर दिता ना, तो कहंदे पता रोज़ सुबह की हुंदा सी, जदों भाई जैता उठदा अखां बंद करदा गुरु नानक देव सच्चे पातशाह दे बचन दा चिंतन करदा, तो कहंदे गौ दा रूप धारण करके गंगा अपने मूँह दे विच अपने पेट विच कहंदे जल भर के लियांदी ते भाई जैता जी दा इशनान करा दिंदी। कहंदे गुरु नानक देव सच्चे पातशाह तो लैके 9वें पातशाह तक इस तरह ही प्रक्रिया चलती रही सत्संगी जनों। फिर मेरे 9वें पातशाह गुरु तेग बहादुर सच्चे पातशाह उत्थे गए। मैं आप जी नूं बेनती कर रहा, गंगा जमुना गोदावरी ते उद्यम करे धूर साधु की ताई, जिथे वो इशनान करान आ रही है, उत्थे भाई जैत राम जी जिहड़े नाम जपण वाले हैं उन्हां दे चरनां दी धूड़ भी प्राप्त करन वो गंगा आ रही है। मेरे जदों गुरु तेग बहादुर सच्चे पातशाह उत्थे गए, फिर सत्संगी जन भाई जैत राम ने फिर उत्थे दर्शन दिते। फिर मेरे गुरु नानक देव सच्चे पातशाह ने जो बचन आख्या सी, भाई जैत राम ने कहा जी गुरु नानक देव सच्चे पातशाह आए सन, वो पहला ही बचन कर गए सन कि मेरे 9वें जामे दे विच जो महापुरुष होणगे, गुरु तेग बहादुर सच्चे पातशाह कोल बेनती की जी कृपा करो हुण मैं अपना शरीर छड़ देवां। फिर गुरु तेग बहादुर सच्चे पातशाह ने अपनी कृपा दा हथ भाई जैत राम दे सिर ते रखिया ते उन्होंने अपने पंज भूतक शरीर दा त्यागन कर दिता। मेरे पंजवें पातशाह कहंदे ऐसी कृपा मोहे करो संतैं चरण हमारो माथा, नैन दरस तंतूर परो। अगे कहंदे हन, कहंदे होर कृपा की करो, कहंदे गुरु को शब्द बसे मेरे हीरे। कहंदे गुरु दा शब्द सत्संगी जनों, एक दा शब्द है वाहिगुरु शब्द, पर इत्थे शब्द के अर्थ पता की हन कि जिहड़ा गुरु दा दिता होया उपदेश है वो मेरे हिरदे दे विच वस जावे। आपां उपदेश सरवण तां बहुत करदे हैं, पर सत्संगी जनों उहनूं हिरदे दे विच बहुत घट वसाने हैं। जिहड़ा उपदेश आपां गुरुद्वारा साहब सुन के गए, कई बारी गुरुद्वारा साहब निकलण तो बाहर उसे वक्त वो जो हुक्म जो शब्द जो विचार सरवण करके उस दे उल्टा आपां काम करी जा रहे हैं सत्संगी जनों। क्यों? वो इस वास्ते क्योंकि हिरदे च नहीं वसिया। आपां सरवण तां कीता पर वो हिरदे च नहीं वसिया। इस करके पंजवें पातशाह कहंदे गुरु को शब्द मेरे हीरे बस है, हर नामा मन संग तरो। कहंदे हे परमात्मा जिहड़ा तुहाडा नाम है, जिहड़ा मैं वाहिगुरू वाहिगुरू जपदा हाँ ना, वो भी मेरे जीओ दे विच वस जावे। मैं बेनती करा अगे पंजवें पातशाह कहंदे एक कृपा होर कर दिओ। कहंदे तस्कर पंच निवारो ठाकुर, सगलो भरमा होम जरो। कहंदे जिहड़े मैनू पंज चोर लगे हुए हैं, काम क्रोध लोभ मोह अहंकार, जिन्होंने गुरु पातशाह कहंदे इस देही अंदर पंज चोर बसे। कहंदे काम क्रोध लोभ मोह अहंकारा, कहंदे अमृत लूटे मनमुख नहीं बूझे कोई ना सुने पुकारा। कहंदे इहदा जिहड़े अंदर अमृत है ना, कहंदे उहनूं लुट लुट। अमृत दे इत्थे इह भी अर्थ हैं जिहड़े चंगे विचार हैं, जिहड़ा थोड़ा बहुता नाम जपदा है। कहंदे जिहड़े पंज चोर लगे हैं, कहंदे ओह इहनूं लुट लुट के लई जांदे हैं। इस देही अंदर पंज चोर बसे, काम क्रोध लोभ मोह अहंकारा। कहंदे अमृत लूट है मनमुख नहीं बूझे। कहंदे जिहड़े मन दे पिछे चलण वाले हैं ना, वो कहंदे की लैना अमृत वेले उठ के। वो ये नहीं सोचते कि ये पंज जिहड़े हैं विकार, ये मैनू इस वेले लुटण की कोशिश कर रहे हैं, जिहड़े मेरे मन नूं प्रेरित कर रहे हैं कि ना उठ। जदों नितनेम करन नूं मन नहीं करता, वो मनमुख नहीं बुझदा इस गल नूं कि ये पंज चोर असर पा रहे हैं। ये मेरे अंदर दा जो अमृत थोड़ा बहुता नाम जपिया ਉਹਨੂੰ भी ये लुट के ले जाणगे। इस करके मेरे पंजवें पातशाह कहंदे तस्कर पंच निवारो ठाकुर, सगलो परमा होम जरो। कहंदे जिहड़े मेरे अंदर परम बने हुए हैं, जिहड़े मेरे अंदर भुलेखे बने हुए हैं, मैं बेनती करा जदों इंसान धर्म के मार्ग ते चलदा ना, इहनूं भुलेखे भी बड़े पैंदे हैं। इंसान कहता गुरु ने आ बचन किया, मैं की करा, वो फलानिया को मैं आ सुने से वो भरम बन जाना सत्संगी जनों। तो गुरु साहब कहते जिहड़े मेरे अंदर भरम बन गए ना, कहते होम जरो। मैं बेनती करा होम यज्ञ हुंदा है।
ਹੋਮ ਘਿਓ ਨੂੰ ਵੀ ਕਿਹਾ, ਹੋਮ ਅੱਗ ਨੂੰ ਵੀ ਕਿਹਾ। ਕਹਿੰਦੇ ਜਿਵੇਂ ਕਹਿੰਦੇ ਜਦੋਂ ਯੱਗ ਕੀਤਾ ਜਾਂਦਾ ਨਾ, ਕਹਿੰਦੇ ਉਹਦੇ ਵਿੱਚ ਜਿਵੇਂ ਘਿਓ ਸਾੜ ਪਾਇਆ ਜਾਂਦਾ ਤੇ ਘਿਓ ਨੂੰ ਉਹ ਉਦੋਂ ਹੀ ਸਾੜ ਦਿੰਦੀ ਅੱਗ। ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਜਿਹੜੇ ਮੇਰੇ ਅੰਦਰ ਦੁਵੈਸ਼ ਬਣੀ ਹੋਈ ਹੈ, ਤਸਕਰ ਪੰਚ ਨਿਵਾਰੋ ਠਾਕੁਰ ਸਗਲੋ ਭਰਮ, ਕਹਿੰਦੇ ਜਿਹੜੇ ਭਰਮ ਬਣੇ ਹੋਏ ਹਨ, ਕਹਿੰਦੇ ਸੱਚੇ ਪਾਤਸ਼ਾਹ ਪਰਮਾਤਮਾ ਇਵੇਂ ਕਰ ਦਿਓ ਖਤਮ। ਕਹਿੰਦੇ ਜਿਵੇਂ ਕਿ ਕਹਿੰਦੇ ਹੋਮ ਦੇ ਵਿੱਚ, ਯੱਗ ਦੇ ਵਿੱਚ ਘਿਓ ਪਾ ਕੇ ਖਤਮ ਕਰ ਦਿੱਤਾ ਜਾਂਦਾ, ਸਾੜ ਦਿੱਤਾ ਜਾਂਦਾ, ਮੇਰੇ ਭਰਮਾਂ ਨੂੰ ਵੀ ਸਾੜ ਦਿਓ। ਅੱਗੇ ਪੰਜਵੇਂ ਪਾਤਸ਼ਾਹ ਨੇ ਬੜੇ ਸੋਹਣੇ ਬਚਨ ਆਖੇ ਸਤਸੰਗੀ ਜਨੋ, ਕਹਿੰਦੇ ਜੋ ਤੁਮ ਕਰੋ ਸੋਈ ਭਲ ਮਾਨੋ। ਮੈਂ ਬੇਨਤੀ ਪਹਿਲਾਂ ਇਹ ਕੀਤੀ ਸੀ, ਜੋ ਗੁਰੂ ਸਾਹਿਬ ਕਹਿੰਦੇ ਕਿ ਕਿਰਪਾ ਕਰੋ, ਬਸ ਉਸ ਗੱਲ ਨੂੰ ਕੇਂਦਰਿਤ ਰੱਖਣਾ ਕਿ ਸੱਚੇ ਪਾਤਸ਼ਾਹ ਮੇਰੇ ਤੇ ਆ ਵੀ ਕਿਰਪਾ ਕਰੋ ਕਿ ਜੋ ਤੁਮ ਕਰੋ ਸੋਈ ਭਲ ਮਾਨੋ। ਕਹਿੰਦੇ ਹੇ ਪਰਮਾਤਮਾ ਜੋ ਕੁਝ ਵੀ ਤੁਸੀਂ ਕਰੋ ਉਹਨੂੰ ਮੈਂ ਭਲਾ ਕਰਕੇ, ਉਹਨੂੰ ਮੈਂ ਸੱਤ ਕਰਕੇ ਮੰਨਾਂ। ਦਾਸ ਬੇਨਤੀ ਕਰਿਆ ਕਰਦਾ ਤਕਰੀਬਨ ਜ਼ਿਆਦਾ ਉਸ ਵਕਤ ਜਦੋਂ ਮਰਗ ਦਾ ਭੋਗ ਹੁੰਦਾ ਹੈ ਕਿ ਇਨਸਾਨ ਹੁਕਮ ਤਾਂ ਮੰਨਦਾ ਪਰ ਭਲਾ ਕਰਕੇ ਨਹੀਂ ਮੰਨਦਾ। ਸਤਸੰਗੀ ਜਨੋ, ਇਨਸਾਨ ਦੀਆਂ ਤਿੰਨ ਦੀ ਦਾਸ ਜੀ ਵਾਂਗੂ, ਭਾਈ ਮਨੀ ਸਿੰਘ ਜੀ ਵਾਂਗੂ, ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਾਂਗੂ ਮੈਂ ਬੇਨਤੀ ਕਰਾਂ, ਇਹ ਹੈ ਭਲ ਮਾਨੋ। ਸਤਸੰਗੀ ਜਨੋ, ਜਿਨ੍ਹਾਂ ਨੇ ਆਪਣਾ ਜ਼ਰਾ ਜ਼ਰਾ ਤਾਂ ਕਟਵਾ ਦਿੱਤਾ ਪਰ ਮਨ ਦੇ ਵਿੱਚ ਕੋਈ ਸ਼ਿਕਵਾ ਨਹੀਂ ਆਣ ਦਿੱਤਾ ਕਿ ਪਰਮਾਤਮਾ ਤੂੰ ਕੀ ਕਰ ਰਿਹਾ। ਕੋਈ ਇਹ ਨਹੀਂ ਆਣ ਦਿੱਤਾ ਕਿ ਇਹ ਮੇਰੇ ਬਦਨ ਦੇ ਉੱਪਰ, ਮੈਂ ਤਾਂ ਤੇਰਾ ਨਾਮ ਜਪਿਆ, ਅੱਜ ਇਨਸਾਨ ਨੂੰ ਥੋੜਾ ਜਿਹਾ ਦੁੱਖ ਆ ਜਾਵੇ। ਤਕਰੀਬਨ ਮਾਈਆਂ ਜ਼ਿਆਦਾ ਕਹਿੰਦੀਆਂ ਹਨ ਜੀ ਗੁਰਦੁਆਰਾ ਸਾਹਿਬ ਵੀ ਜਾਂਦੇ ਆ, ਪਾਠ ਵੀ ਕਰਦੇ ਆ, ਫਲਾਨਾ ਵੀ ਕਰਦੇ ਆ, ਫਿਰ ਵੀ ਦੁੱਖ ਆਉਂਦਾ ਹੈ। ਦਾਸ ਮੈਂ ਬੇਨਤੀ ਕਰਾਂ ਆਪ ਜੀ ਦੀ ਗਿਆਤ ਵਾਸਤੇ, ਮੈਂ ਪਿਛਲੇ ਦਿਨਾਂ 'ਚ ਇੱਕ ਕਿਤਾਬ ਪੜ੍ਹ ਰਿਹਾ ਸੀ। ਉਸ ਕਿਤਾਬ ਦੇ ਵਿੱਚ ਇੱਕ ਪ੍ਰਸੰਗ ਸੀ, ਥੋੜਾ ਜਿਹਾ ਮੈਂ ਆਪ ਜੀ ਨੂੰ ਜ਼ਿਆਦਾ ਡਿਟੇਲ ਵਿੱਚ ਨਹੀਂ, ਕਿ ਨਾਮ ਜਪਣ ਵਾਲੇ ਜਿਹੜੇ ਮਹਾਂਪੁਰਸ਼ ਹਨ ਉਹਨਾਂ ਦੇ ਉੱਪਰ ਵੀ ਆਪਾਂ ਦੁੱਖਾਂ ਦੇ ਦੇਖਦੇ ਹਾਂ। ਬੜਿਆਂ ਮਹਾਂਪੁਰਸ਼ਾਂ ਨੂੰ ਦੇਖੋਗੇ, ਸੰਤ ਬਾਬਾ ਸੁੰਦਰ ਸਿੰਘ ਜੀ ਜਿਹੜੇ ਸੰਤ ਸਤਸੰਗੀ ਜਿਹਨੂੰ ਭਿੰਡਰਾਂ ਵਾਲੇ, ਇੱਕ ਸੰਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਹੋਏ ਹਨ। ਸੰਤ ਸੁੰਦਰ ਸਿੰਘ ਜੀ ਨੂੰ ਜਲੋਦਰ ਦਾ ਰੋਗ ਹੋ ਗਿਆ ਸੀ ਅੰਤ ਸਮੇਂ। ਬੜੇ ਮਹਾਂਪੁਰਸ਼ ਮਿਲਣਗੇ ਜਿਨ੍ਹਾਂ ਨੂੰ ਅੰਤ ਸਮੇਂ ਕੋਈ ਨਾ ਕੋਈ ਸਰੀਰਕ ਰੋਗ ਹੋ ਗਿਆ। ਉਹਨਾਂ ਨੇ ਬੜਾ ਸੋਹਣਾ ਲਿਖਿਆ, ਮੈਨੂੰ ਲੱਗਦਾ ਕੋਈ ਸੰਤ ਦੀ ਮਹਿਮਾ ਜਾਣਨ ਵਾਲੇ ਨੇ ਉਹ ਕਿਤਾਬ ਲਿਖੀ ਹੋਈ ਸੀ। ਉਹਨੇ ਆਖਿਆ, ਕਹਿੰਦੇ ਪਿਆਰਿਓ ਕਿ ਸਾਡੇ ਮਨਾਂ 'ਚ ਸ਼ੰਕਾ ਬਣ ਜਾਂਦੀ, ਆਮ ਬਣ ਜਾਂਦੀ ਹੈ ਸਤਸੰਗੀ ਜਨੋਂ, ਕਿ ਇਹ ਤਾਂ ਨਾਮ ਜਪਦੇ ਹਨ, ਇਹਨਾਂ ਨੂੰ ਕਿਉਂ ਦੁੱਖ ਆ ਗਿਆ। ਮੈਂ ਪਹਿਲਾਂ ਆਪ ਜੀ ਨੂੰ ਬੇਨਤੀ ਕੀਤੀ, ਮੈਂ ਜ਼ਿਆਦਾ ਵਿਸਥਾਰ 'ਚ ਟੂਕ ਮਾਤਰ ਆਪ ਜੀ ਨੂੰ ਸਮਝਾਣਾ। ਉਹ ਬੰਦੇ ਨੇ ਕਿਹਾ ਕਿ ਉਹ ਕਹਿੰਦੇ ਕਿ ਬ੍ਰਹਮ ਗਿਆਨੀ ਦੀ ਅਵਸਥਾ ਹੋਣੀ ਇਸ ਤਰ੍ਹਾਂ ਦੀ ਗੱਲ ਹੈ ਗੁਰੂ ਘਰ ਦੇ ਵਿੱਚ ਜਿਵੇਂ PhD ਯੂਨੀਵਰਸਿਟੀ ਵਿੱਚ ਕਰਨੀ। ਥੋੜਾ ਧਿਆਨ ਨਾਲ ਗੱਲ ਸੁਣ ਲੈਣਾ, ਯੂਨੀਵਰਸਿਟੀ ਦੇ ਵਿੱਚ PhD ਕਰਨੀ। ਮੈਂ ਬੇਨਤੀ ਕਰਾਂ ਕੋਈ PhD ਸਮਾਜਿਕ ਦੀ ਕਰ ਰਿਹਾ, ਸੋਸ਼ਲ ਸਟੱਡੀ ਦੀ ਕਰ ਰਿਹਾ, ਕੋਈ ਡਾਕਟਰੀ ਦੀ ਕਰ ਰਿਹਾ, ਕੋਈ ਸਾਇੰਸ ਦੀ ਕਰ ਰਿਹਾ। PhD ਦੀ ਅਲੱਗ-ਅਲੱਗ ਹਨ, ਪਰ ਹਰ ਇਨਸਾਨ ਭਾਵੇਂ ਇੰਗਲਿਸ਼ ਵਿੱਚ ਕੀਤੀ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਤੇ ਕੀਤੀ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸ਼ਬਦ ਦੇ, ਮੈਂ ਬੇਨਤੀ ਕਰਾਂ ਕਈ ਬੰਦੇ ਇਹੋ ਜਿਹੇ ਹਨ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸ਼ਬਦ ਦੇ ਉੱਪਰ PhD ਕਰ ਰਹੇ ਹਨ, ਪਰ PhD ਦੀਆਂ ਡਿਗਰੀਆਂ ਸਾਰੀਆਂ ਯੂਨੀਵਰਸਿਟੀ ਚੋਂ ਮਿਲਦੀਆਂ ਹਨ, ਕਿਤੋਂ ਬਾਹਰੋਂ ਨਹੀਂ ਮਿਲਦੀਆਂ। ਇਨਸਾਨ ਕਹੇਗਾ ਮੈਂ PhD ਕੀਤੀ। ਉਹ ਪਿਆਰੇ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਜਿਹੜੇ ਬੰਦੇ ਕਹਿੰਦੇ ਹਨ ਬ੍ਰਹਮ ਗਿਆਨੀ ਨੂੰ ਦੁੱਖ ਕਿਉਂ ਆਉਂਦਾ, ਕਹਿੰਦੇ ਉਹਨੇ ਕਦੀ ਤੁਸੀਂ ਇਹ ਸੋਚਿਆ ਕਿ ਜਿਹੜੇ ਬੰਦੇ ਨੇ PhD ਕੀਤੀ ਉਹ ਕਹੇਗਾ ਮੈਂ PhD ਕੀਤੀ, ਪਰ ਉਹਨੇ ਕੀਤੀ ਕਾਹਦੇ ਵਿੱਚ ਹੈ। ਕਹਿੰਦੇ ਕੋਈ ਸੰਤ ਮਹਾਂਪੁਰਸ਼ ਇਹ ਗੱਲ ਕਰਕੇ ਕਹਿੰਦੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚਦਾ, ਬਸ ਰੱਬ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਪਰਮਾਤਮਾ ਮੇਰੇ ਅੰਦਰੋਂ ਬਸ ਪਰ ਉਪਕਾਰ ਦਾ ਮਾਧਾ ਬਣਾ ਦੇ, ਮੈਂ ਪਰ ਉਪਕਾਰ ਹੀ ਕਰਦਾ ਜਾਵਾਂ। ਕਹਿੰਦੇ ਉਹ ਬਾਕੀ ਪਹਿਲੂਆਂ ਨੂੰ ਨਹੀਂ ਮੁੱਖ ਰੱਖਦਾ। ਕਹਿੰਦੇ ਦੂਜਾ ਕਹਿੰਦੇ ਬ੍ਰਹਮ ਗਿਆਨੀ ਦੀ ਅਵਸਥਾ ਦੇ ਵਿੱਚ ਪਹੁੰਚਦਾ, ਉਹ ਕਹਿੰਦਾ ਕਿ ਪਰਮਾਤਮਾ ਬਸ ਨਾਮ ਜਪ ਕੇ ਮੈਂ ਤੇਰੇ ਵਿੱਚ ਅਭੇਦ ਹੋ ਜਾਵਾਂ। ਮੈਂ ਇਹਦੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਉਹ ਨਹੀਂ ਕਰ ਰਹੇ ਸਤਸੰਗੀ ਜਨੋ। ਇਸ ਕਰਕੇ ਕਿ ਹਰ ਮਹਾਂਪੁਰਸ਼ ਜਿਹੜਾ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਤਾਂ ਪਹੁੰਚ ਗਿਆ, ਉਹਨੇ ਗੁਰੂ ਘਰ ਦੇ ਅੰਦਰ PhD ਤਾਂ ਕਰ ਲਈ ਸਤਸੰਗੀ ਜਨੋ, ਪਰ ਉਹਨੇ ਕੀਤੀ ਕਾਹਦੇ ਵਿੱਚ ਹੈ ਉਹ ਸਾਨੂੰ ਨਹੀਂ ਪਤਾ ਹੁੰਦਾ। ਇਸ ਕਰਕੇ ਇੱਥੇ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਪਿਆਰਿਓ ਕਿ ਮੇਰੇ ਤੇ ਕੀ ਕਿਰਪਾ ਕਰੋ। ਪੰਜਵੇਂ ਪਾਤਸ਼ਾਹ ਪਰਮਾਤਮਾ ਨੂੰ ਕਹਿੰਦੇ ਹਨ, ਕਹਿੰਦੇ ਜੋ ਤੁਮ ਕਰੋ ਸੋਈ ਭਲ ਮਨ ਹੈ। ਕਹਿੰਦੇ ਜੋ ਤੁਸੀਂ ਕਰੋਗੇ ਕਹਿੰਦੇ ਹੁਣ ਮੈਂ ਭਲ ਕਰਕੇ ਮੰਨਾਂ। ਤੇ ਅਖੀਰਲੀ ਪੰਕਤੀ 'ਚ ਪਤਾ ਕੀ ਕਿਹਾ ਗੁਰੂ ਸਾਹਿਬ ਨੇ, ਕਹਿੰਦੇ ਹੇ ਪਰਮਾਤਮਾ ਇੱਕ ਕਿਰਪਾ ਕਰੋ ਮੇਰੇ ਤੇ ਨਾਨਕ। ਕਹਿੰਦੇ ਨਾਨਕ ਕਹਿੰਦੇ ਪੰਜਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਬਚਨਾਂ 'ਚ ਕਹਿੰਦੇ ਹਨ, ਕਹਿੰਦੇ ਹੇ ਪਰਮਾਤਮਾ ਮੇਰੇ ਤੇ ਇਹ ਕਿਰਪਾ ਕਰ ਨਾਨਕ
ਕਹਿੰਦੇ ਕੀ ਕਿਰਪਾ? ਕਹਿੰਦੇ ਇਹ ਕਿਰਪਾ ਕਰ ਕਿ ਜਿਹੜੇ ਨਾਮ ਜਪਣ ਵਾਲੇ ਹਨ ਬਸ ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਬਣਾ ਦੇ। ਸੋ ਸਤਸੰਗੀ ਜਨੋ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜੋ ਰਹਿਮਤਾਂ ਜੋ ਬਖਸ਼ਿਸ਼ਾਂ ਮੰਗੀਆਂ ਹਨ, ਸਾਹਿਬ ਸ੍ਰੀ ਗੁਰੂ ਪਾਤਸ਼ਾਹ ਨੇ ਪਰਮਾਤਮਾ ਦੇ ਕੋਲੋਂ ਜੋ ਕਿਰਪਾਵਾਂ ਮੰਗੀਆਂ ਹਨ, ਉਹ ਬੜੀਆਂ ਸੋਹਣੀਆਂ ਗੁਰੂ ਪਾਤਸ਼ਾਹ ਨੇ ਆਪਣੇ ਬਚਨਾਂ ਦੇ ਵਿੱਚ ਅੰਕਿਤ ਕੀਤੀਆਂ ਹਨ। ਅਖੀਰਲੀ ਪੰਕਤੀ ਦਾਸ ਦੀ ਦ੍ਰਿਸ਼ਟੀ ਗੋਚਰੇ ਨਹੀਂ ਸੀ ਆ ਰਹੀ। ਸੋ ਪੰਜਵੇਂ ਪਾਤਸ਼ਾਹ ਅਖੀਰਲੀ ਪੰਕਤੀ ਕਹਿੰਦੇ ਨਾਨਕ ਕੇ ਪ੍ਰਭ ਤੁਮ ਹੀ ਦਾਤੇ। ਥੋੜਾ ਧਿਆਨ ਦੇਣਾ, ਕਹਿੰਦੇ ਨਾਨਕ ਕੇ ਪ੍ਰਭ ਤੁਮ ਹੀ ਦਾਤੇ, ਪਰਮਾਤਮਾ ਨੂੰ ਕਹਿੰਦੇ ਆ। ਪੰਜਵੇਂ ਪਾਤਸ਼ਾਹ ਕਹਿੰਦੇ ਕਿ ਪਰਮਾਤਮਾ ਮੇਰੇ ਦਾਤੇ ਤੁਸੀਂ ਹੀ ਹੋ। ਮੈਂ ਹੁਣ ਆਪ ਜੀ ਨੂੰ ਇੱਥੇ ਗੱਲ ਇੱਕ ਇਹ ਕਹਿਣੀ ਚਾਹ ਰਿਹਾ, ਕਈ ਇਨਸਾਨ ਕਹਿੰਦੇ ਹਨ ਜੀ ਗੁਰੂ ਗ੍ਰੰਥ ਸਾਹਿਬ ਜੀ ਹਨ ਨਾ, ਫਿਰ ਕਿਉਂ ਸਾਧੂਆਂ ਦੇ ਕੋਲ ਜਾਂਦੇ ਹੋ, ਕਿਉਂ ਗੁਰਮੁਖਾਂ ਨੂੰ ਮਿਲਦੇ ਹੋ, ਕਿਉਂ ਤੁਸੀਂ ਨਾਮ ਜਪਣ ਵਾਲਿਆਂ ਕੋਲ ਜਾਂਦੇ ਹੋ। ਗੱਲ ਦਾ ਧਿਆਨ ਰੱਖ ਲੈਣਾ, ਇਸ ਸ਼ਬਦ ਦੀ ਅਖੀਰਲੀ ਪੰਕਤੀ ਤਿੰਨੋਂ ਹਨ ਸਤਸੰਗੀ ਜਨੋ। ਗੁਰੂ ਵੀ ਹੈ, ਜਿਹੜਾ ਗੁਰੂ ਪਰਮਾਤਮਾ ਨੂੰ ਕਹਿ ਰਿਹਾ ਨਾਨਕ ਕੇ ਪ੍ਰਭ ਤੁਮ ਹੀ ਦਾਤੇ। ਪੰਜਵੇਂ ਪਾਤਸ਼ਾਹ ਕਹਿੰਦੇ ਕਿ ਮੇਰੇ ਜਿਹੜੇ ਦਾਤੇ ਹੋ ਪਰਮਾਤਮਾ ਤੁਸੀਂ ਹੋ। ਪਰ ਅੱਗੇ ਪਤਾ ਕੀ ਕਹਿੰਦੇ ਹਨ, ਸੰਤ ਸੰਗ ਲੈ ਮੋਹਿ ਉਧਰੋ, ਕਹਿੰਦੇ ਮੈਨੂੰ ਸਾਧੂਆਂ ਦਾ ਸੰਗ ਦਿਓ ਤਾਂ ਕਿ ਮੇਰਾ ਉਦਾਰ ਹੋ ਜਾਵੇ। ਮੈਂ ਆਪ ਜੀ ਨੂੰ ਬੇਨਤੀ ਇਹ ਕਰਨੀ ਚਾਹ ਰਿਹਾ, ਜਿਹੜੇ ਪੰਜਵੇਂ ਪਾਤਸ਼ਾਹ ਆਪ ਰੱਬ ਦੇ ਕੋਲੋਂ ਇਹ ਮੰਗ ਰਹੇ ਹਨ, ਹਾਂ ਪੰਜਵੇਂ ਪਾਤਸ਼ਾਹ ਇਹ ਵੀ ਕਹਿ ਰਹੇ ਹਨ, ਕਹਿੰਦੇ ਮੇਰੇ ਦਾਤੇ ਤਾਂ ਤੁਸੀਂ ਹੋ, ਮੈਨੂੰ ਦਾਤਾਂ ਦੇਣ ਵਾਲੇ ਤਾਂ ਤੁਸੀਂ ਹੀ ਹੋ, ਮੈਨੂੰ ਦਾਤਾਂ ਦੇਣ ਵਾਲਾ ਹੋਰ ਕੋਈ ਨਹੀਂ ਹੈ, ਦਾਤਾਂ ਦੇਣ ਵਾਲੇ ਤੁਸੀਂ ਹੋ। ਪਰ ਮੈਂ ਫਿਰ ਵੀ ਇਹ ਮੰਗਦਾ ਕਿ ਸੰਤ ਸੰਗ, ਬਾਣੀ ਦੇ ਅੰਦਰ ਸਤ ਸੰਗ ਵੀ ਹੈ, ਬਾਣੀ ਦੇ ਅੰਦਰ ਸਾਧ ਸੰਗ ਵੀ ਹੈ, ਇੱਥੇ ਹੈ ਸੰਤ ਸੰਗ। ਮੈਂ ਬੇਨਤੀ ਕਰਾਂ, ਇੱਥੇ ਸਤਸੰਗ ਦੀ ਗੱਲ ਨਹੀਂ ਹੈ, ਸੰਤ ਸੰਗ। ਕਹਿੰਦੇ ਮੇਰੇ ਤੇ ਇੱਕ ਕਿਰਪਾ ਕਰੋ, ਸੰਤਾਂ ਦਾ ਮੈਨੂੰ ਸੰਗ ਬਖਸ਼ ਦਿਓ। ਕਹਿੰਦੇ ਸੰਤ ਸੰਗ ਲੈ ਮੋਹਿ ਉਧਰੋ, ਕਹਿੰਦੇ ਤਾਂ ਕਿ ਉਹਨਾਂ ਦਾ ਸੰਗ ਕਰਕੇ, ਕਿਉਂਕਿ ਜਿਹੜਾ ਉਹ ਉਪਦੇਸ਼ ਦੇਣਗੇ ਉਸ ਉਪਦੇਸ਼ ਦੇ ਉੱਪਰ ਜਦੋਂ ਮੈਂ ਆਪਣਾ ਜੀਵਨ ਚਲਾਵਾਂਗਾ ਤਾਂ ਮੇਰਾ ਵੀ ਉਦਾਰ ਹੋ ਜਾਏਗਾ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਇਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਤਾਂ ਸਾਨੂੰ ਬਸ ਇਹਨਾਂ ਪਦਾਰਥਾਂ ਦੇ ਵਿੱਚ ਹੀ ਖੱਚਤ ਕਰ ਦਿੱਤਾ ਸੱਚੇ ਪਾਤਸ਼ਾਹ, ਪਰ ਇੱਕ ਕਿਰਪਾ ਕਰੋ, ਅਸੀਂ ਤਾਂ ਜਦੋਂ ਤੁਹਾਡੇ ਦਰ ਤੇ ਆਉਂਦੇ ਹਾਂ ਪਦਾਰਥ ਹੀ ਮੰਗੀ ਜਾਂਦੇ ਹਾਂ। ਕੋਈ ਅਸੀਂ ਆ ਕੇ ਸਰੀਰ ਦੇ ਸੁੱਖ ਮੰਗੀ ਜਾਂਦਾ, ਕੋਈ ਘਰ ਦੇ ਸੁੱਖ ਮੰਗੀ ਜਾਂਦਾ, ਕੋਈ ਬੱਚਿਆਂ ਦੇ ਸੁੱਖ ਮੰਗੀ ਜਾਂਦਾ। ਸੱਚੇ ਪਾਤਸ਼ਾਹ ਜਿੱਥੇ ਅਸੀਂ ਇਹ ਮੰਗੀਏ ਉੱਥੇ ਇਹ ਕਿਰਪਾ ਜਿਹੜੀ ਆਪ ਜੀ ਨੇ ਇਸ ਸ਼ਬਦ ਵਿੱਚ ਅੰਕਿਤ ਕੀਤੀ ਹੈ, ਉਹ ਕਿਰਪਾ ਵੀ ਅਸੀਂ ਆਪ ਜੀ ਦੇ ਕੋਲੋਂ ਆ ਕੇ ਮੰਗੀਏ ਤਾਂ ਕਿ ਸਾਡਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਰੱਬ ਦੀ ਕਿਰਪਾ ਹੈ, ਉਹਦੇ ਉੱਪਰ ਰੱਬ ਦੀ ਕਿਰਪਾ। ਮੈਂ ਵੀ ਇਹ ਵੀ ਬੇਨਤੀ ਕਰ ਦੇਵਾਂ, ਸੁਰ ਵੀ ਕਿਰਪਾ ਤੋਂ ਬਿਨਾਂ ਨਹੀਂ ਮਿਲਦੀ ਹੈ ਸਤਸੰਗੀ ਜਨੋ, ਵਿਚਾਰਾਂ ਦੀ ਗਹਿਰਾਈ ਵੀ ਕਿਰਪਾ ਤੋਂ ਬਿਨਾਂ ਨਹੀਂ ਮਿਲਦੀ ਹੈ। ਪਰ ਥੋੜਾ ਜਿਹਾ ਆਪਾਂ ਉਸ ਤੋਂ ਉੱਪਰ ਉੱਠ ਕੇ ਕਿ ਵੀ ਕਿਹੜਾ ਵੀ ਕੋਈ, ਭਾਵੇਂ ਭੋਲਾ ਜੀ ਕਥਾ ਕਰਨ, ਭਾਵੇਂ ਮਨਜੀਤ ਸਿੰਘ ਕਰੇ, ਭਾਵੇਂ ਸਵਰਨ ਸਿੰਘ ਜੀ ਕਰਨ, ਭਾਵੇਂ ਗੇਜਾ ਸਿੰਘ ਜੀ ਕਰਨ, ਕਿ ਗੁਰੂ ਇਹਨਾਂ ਜੋ ਕਥਾ ਕਹਾਣੀਆਂ ਕਰ ਰਹੇ ਹਨ, ਸ਼ਬਦ ਦੀ ਵਿਚਾਰ ਕਰ ਰਹੇ ਹਨ, ਸਾਖੀ ਦੀ ਵਿਚਾਰ ਕਰ ਰਹੇ ਹਨ, ਗੁਰੂ ਇਹਦੇ ਵਿੱਚੋਂ ਸਾਨੂੰ ਕੀ ਸਮਝਾਉਣਾ ਚਾਹੁੰਦਾ ਹੈ। ਜਦੋਂ ਆਪਾਂ ਉਸ ਤੱਤ ਦੀ ਗੱਲ ਨਾਲ ਜੁੜਾਂਗੇ ਤਾਂ ਹੀ ਆਪਾਂ ਆਪਣੇ ਜੀਵਨ ਦੇ ਵਿੱਚ ਗੁਰੂ ਦੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕਰ ਸਕਾਂਗੇ। ਕੱਲ ਨੂੰ ਵੀ ਆਪ ਜੀ ਨੇ ਦਰਸ਼ਨ ਦੀਦਾਰੇ ਦੇਣਾ, ਜੋ ਬੇਨਤੀਆਂ ਕੀਤੀਆਂ ਗਈਆਂ ਹਨ, ਥੋੜਾ ਡਿਸਟੈਂਸ, ਆਪਣੀ ਸਿਹਤ ਦਾ ਵੀ ਦੂਜਿਆਂ ਦੀ ਸਿਹਤ ਦਾ ਵੀ ਧਿਆਨ ਰੱਖਣਾ। ਦਾਸ ਨੂੰ ਹੋਈਆਂ ਭੁੱਲਾਂ ਦੀ ਮਾਫੀ ਦਿਓ। ਹਰ ਪੂਰਨਮਾਸ਼ੀ ਤੇ ਜਿਵੇਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ, ਉੱਪਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਜਿਹੜੇ ਗੁਰਮੁਖ ਪਿਆਰੇ ਨੇ ਅੰਮ੍ਰਿਤ ਛਕਣਾ ਹੈ ਉਹ ਉੱਪਰ ਜਾ ਕੇ ਅੰਮ੍ਰਿਤ ਛਕ ਕੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦਾਸ ਨੂੰ ਹੋਈਆਂ ਭੁੱਲਾਂ ਦੀ ਮਾਫੀ ਦਿਓ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।